ਸਟਾਰਟ। ਵਿਸ਼ੇਸ਼ ਅਧਿਕਾਰ ਪ੍ਰਾਪਤ ਸੂਬੇ ਵਜੋਂ ਰੁਤਬਾ ਮਾਣਦੇ ਜੰਮੂ ਕਸ਼ਮੀਰ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੱਕ ਸੀਮਿਤ ਕਰਨ ਪਿੱਛੋਂ ਪ੍ਰਸ਼ਾਸਨਿਕ ਢਾਂਚਾ ਲੰਮਾ ਚੱਲਣ ਦੇ ਖਦਸ਼ੇ ਹਨ। ਡੰਡੀ ਕੇਂਦਰੀ ਗ੍ਰਹਿ ਮੰਤਰੀ ਨੇ ਭਾਵੇਂ ਕਿਹਾ ਹੈ ਕਿ ਜੰਮੂ ਕਸ਼ਮੀਰ ਨੂੰ ਪੂਰੇ ਰਾਜ ਦਾ ਦਰਜਾ ਢੁਕਵੇਂ ਸਮੇਂ 'ਤੇ ਦਿੱਤਾ ਜਾਵੇਗਾ, ਪਰ ਜੰਮੂ ਕਸ਼ਮੀਰ ਪੁਨਰਗਠਨ ਸੋਧ ਬਿੱਲ ਨੂੰ ਪਾਰਲੀਮੈਂਟ ਦੀ ਮਨਜ਼ੂਰੀ ਨਾਲ ਸੰਕੇਤ ਮਿਲੇ ਹਨ ਕਿ ਪੂਰੇ ਰਾਜ ਦੇ ਦਰਜੇ ਦੀ ਨੇੜ ਭਵਿੱਖ 'ਚ ਸੰਭਾਵਨਾ ਨਹੀਂ। ਡੰਡੀ ਸਰਕਾਰ ਨੇ 5 ਅਗਸਤ 2019 ਨੂੰ ਜੰਮੂ ਕਸ਼ਮੀਰ ਨਾਲ ਸੰਬੰਧਿਤ ਧਾਰਾ 370 ਖਤਮ ਕਰਕੇ ਰਿਆਸਤ ਨੂੰ ਜੰਮੂ ਕਸ਼ਮੀਰ ਅਤੇ ਲੱਦਾਖ ਨਾਮ ਦੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਦਲ ਦਿੱਤਾ ਸੀ। ਡੰਡੀ ਇਸ ਫੈਸਲੇ ਨੇ ਪੂਰੇ ਸਿਆਸੀ ਮੰਚ, ਖਾਸ ਤੌਰ 'ਤੇ ਜੰਮੂ ਕਸ਼ਮੀਰ ਦੇ ਹਾਲਾਤ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਡੰਡੀ ਉਦੋਂ ਰਿਆਸਤ ਦੇ ਰਵਾਇਤੀ ਪਾਰਟੀਆਂ ਦੇ ਆਗੂ ਨਜ਼ਰਬੰਦ ਕਰ ਦਿੱਤੇ ਗਏ ਸਨ। ਡੰਡੀ ਕਸ਼ਮੀਰ ਵਾਦੀ ਵਿੱਚ ਕਰਫਿਊ, ਇੰਟਰਨੈੱਟ ਸੇਵਾਵਾਂ ਅਤੇ ਸਕੂਲ ਕਾਲਜ ਬੰਦ ਕਰਨ ਸਮੇਤ ਜੀਵਨ ਖੜ ਗਿਆ ਨਜ਼ਰ ਆਉਣ ਲੱਗਾ ਸੀ। ਡੰਡੀ ਕੇਂਦਰ ਸਰਕਾਰ ਨੇ ਉਸ ਸਮੇਂ ਦਾਅਵਾ ਕੀਤਾ ਸੀ ਕਿ ਇਸ ਨਾਲ ਸੂਬੇ ਵਿੱਚ ਵਿਕਾਸ ਹੋਵੇਗਾ ਅਤੇ ਅੱਤਵਾਦੀ ਸਰਗਰਮੀਆਂ 'ਤੇ ਰੋਕ ਲੱਗੇਗੀ। ਡੰਡੀ ਸੰਸਦ ਵਿੱਚ ਪੇਸ਼ ਕੀਤੇ ਜੰਮੂ ਕਸ਼ਮੀਰ ਪੁਨਰਗਠਨ ਸੋਧ ਬਿੱਲ ਮੌਕੇ ਗ੍ਰਹਿ ਮੰਤਰੀ ਨੇ ਕਿਹਾ ਕਿ ਹਾਲਤ ਪਹਿਲਾਂ ਨਾਲੋਂ ਠੀਕ ਹੋ ਗਈ ਹੈ, ਵਿਕਾਸ ਵੀ ਹੋਵੇਗਾ। ਸਰਕਾਰ ਨੇ ਪੰਚਾਇਤੀ ਚੋਣਾਂ ਵੀ ਕਰਵਾਈਆਂ ਹਨ। ਡੰਡੀ ਇਸ ਦੇ ਉਲਟ ਜੰਮੂ ਕਸ਼ਮੀਰ ਦੀਆਂ ਅੱਧੀ ਦਰਜਨ ਦੇ ਕਰੀਬ ਮੁੱਖ ਧਾਰਾ ਪਾਰਟੀਆਂ ਨੇ ਗੁਪਨਾਰ ਐਲਾਨਨਾਮਾ ਅਪਣਾ ਕੇ ਜੰਮੂ ਕਸ਼ਮੀਰ ਦਾ ਪੁਰਾਣਾ ਰੁਤਬਾ ਬਹਾਲ ਕਰਵਾਉਣ ਤੱਕ ਸਾਂਝੀ ਜੱਦੋ-ਜਹਿਦ ਜਾਰੀ ਰੱਖਣ ਦਾ ਪ੍ਰਣ ਕੀਤਾ ਹੋਇਆ ਹੈ। ਡੰਡੀ ਸਰਕਾਰ ਨੇ ਇਸ ਸੋਧ ਬਿੱਲ ਨੂੰ ਕਾਨੂੰਨੀ ਰੂਪ ਦੇ ਕੇ IAS, IPS ਤੇ ਭਾਰਤੀ ਵਿਦੇਸ਼ ਸੇਵਾ ਦੇ ਜੰਮੂ ਕਸ਼ਮੀਰ ਕਾਡਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਂਝੇ ਕਾਡਰ ਦਾ ਹਿੱਸਾ ਬਣਾ ਦਿੱਤਾ ਹੈ। ਡੰਡੀ ਪੈਰਾ ਇਸ ਕਾਨੂੰਨ ਨੇ ਆਰਡੀਨੈਂਸ ਦਾ ਬਦਲ ਬਣਨਾ ਹੈ। ਡੰਡੀ ਬਿੱਲ ਉੱਤੇ ਬਹਿਸ ਦੌਰਾਨ ਕਾਂਗਰਸ ਦੇ ਨੁਮਾਇੰਦਿਆਂ ਨੇ ਆਰਡੀਨੈਂਸ ਲਿਆਂਦੇ ਜਾਣ ਦੀ ਐਮਰਜੈਂਸੀ ਬਾਰੇ ਸਵਾਲ ਕੀਤਾ, ਪਰ ਸਰਕਾਰ ਦੀ ਤਰਫ ਤੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਡੰਡੀ ਇਹ ਸਵਾਲ ਉਠਾਇਆ ਜਾਣਾ ਵਾਜਬ ਹੈ ਕਿ ਜੇ ਸਰਕਾਰ ਦੀ ਮਨਸ਼ਾ ਨੇੜ ਭਵਿੱਖ ਵਿੱਚ ਪੂਰੇ ਰਾਜ ਦਾ ਦਰਜਾ ਦੇਣ ਦੀ ਹੋਵੇ ਤਾਂ ਇਸ ਬਿੱਲ ਦੀ ਲੋੜ ਨਹੀਂ ਸੀ। ਡੰਡੀ ਅਜੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਵਿੱਚ ਇੰਟਰਨੈੱਟ ਸੇਵਾਵਾਂ ਸੀਮਿਤ ਹਨ। ਡੰਡੀ ਸਰਕਾਰ ਨੂੰ ਵਿਆਪਕ ਵੰਨ ਸੁਵੰਨਤਾ ਵਾਲੇ ਇਸ ਦੇਸ਼ ਵਿੱਚ ਸੂਬਿਆਂ ਦੀਆਂ ਵੱਖ-ਵੱਖ ਪਛਾਣਾਂ ਅਤੇ ਜ਼ਰੂਰਤਾਂ ਅਨੁਸਾਰ ਵੱਧ ਅਧਿਕਾਰ ਦੇਣ ਵਾਲੇ ਪਾਸੇ ਵਧਣਾ ਚਾਹੀਦਾ ਹੈ। ਡੰਡੀ ਲੋਕਾਂ ਦੀ ਇੱਛਾ ਦੇ ਖਿਲਾਫ ਤੋਹਫੇ ਦੇਣ ਦੇ ਰੁਝਾਨ ਦੇ ਲੰਮੇ ਸਮੇਂ ਤੱਕ ਸਹੀ ਨਤੀਜੇ ਨਹੀਂ ਨਿਕਲ ਸਕਣਗੇ। ਡੰਡੀ
ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਦੇ ਸੋਲਨ ਤੋਂ ਚੱਲ ਰਹੇ ਪ੍ਰਾਈਵੇਟ ਵਿੱਦਿਅਕ ਅਦਾਰੇ ਮਾਨਵ ਭਾਰਤੀ ਯੂਨੀਵਰਸਿਟੀ ਦੁਆਰਾ 35,000 ਤੋਂ ਵੱਧ ਫਰਜ਼ੀ ਡਿਗਰੀਆਂ ਦੇਣ ਬਾਰੇ ਕੇਸ ਸਾਹਮਣੇ ਆਇਆ ਹੈ। ਡੰਡੀ ਅਦਾਰੇ ਨੂੰ ਚਲਾਉਣ ਵਾਲੇ ਇਸ ਵੇਲੇ ਆਸਟ੍ਰੇਲੀਆ 'ਚ ਹਨ ਤੇ ਹਿਮਾਚਲ ਪ੍ਰਦੇਸ਼ ਪੁਲਿਸ ਨੇ ਉਹਨਾਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਡੰਡੀ ਐਨਫੋਰਸਮੈਂਟ ਡਾਇਰੈਕਟਰੇਟ ਨੇ ਯੂਨੀਵਰਸਿਟੀ ਨਾਲ ਸੰਬੰਧਿਤ ਟਰੱਸਟ ਘਰਾਣੇ ਦੀ 190 ਕਰੋੜ ਤੋਂ ਵੱਧ ਦੀ ਜਾਇਦਾਦ ਅਟੈਚ ਕੀਤੀ ਹੈ। ਡੰਡੀ ਹਿਮਾਚਲ ਪੁਲਿਸ ਅਨੁਸਾਰ ਸੰਬੰਧਿਤ ਘਰਾਣੇ ਨੂੰ ਇਸ ਘੁਟਾਲੇ ਰਾਹੀਂ 387 ਕਰੋੜ ਰੁਪਏ ਦੀ ਆਮਦਨੀ ਹੋਈ ਹੈ। ਡੰਡੀ DGP ਅਨੁਸਾਰ ਇਹ ਯੂਨੀਵਰਸਿਟੀ 2009 'ਚ ਸ਼ੁਰੂ ਕੀਤੀ ਗਈ। ਬਾਅਦ 'ਚ ਇਸੇ ਘਰਾਣੇ ਨੇ ਰਾਜਸਥਾਨ ਵਿੱਚ ਵੀ ਯੂਨੀਵਰਸਿਟੀ ਬਣਾਈ। ਡੰਡੀ ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਵਿੱਚ ਪ੍ਰਾਈਵੇਟ ਵਿੱਦਿਅਕ ਅਦਾਰਿਆਂ 'ਤੇ ਨਿਗਾਹਬਾਨੀ ਕਰਨ ਵਾਲੇ ਕਮਿਸ਼ਨ ਦੇ ਚੇਅਰਮੈਨ ਡਾਕਟਰ KK ਕਟੋਚ ਨੇ ਮਾਨਵ ਭਾਰਤੀ ਯੂਨੀਵਰਸਿਟੀ ਦੇ ਨਾਲ ਪ੍ਰਾਈਵੇਟ ਖੇਤਰ ਦੀ ਇੱਕ ਹੋਰ ਯੂਨੀਵਰਸਿਟੀ ਦੁਆਰਾ 15,000 ਤੋਂ ਵੱਧ ਨਕਲੀ ਡਿਗਰੀਆਂ ਵੇਚਣ ਬਾਰੇ ਸੂਚਨਾ ਦਿੱਤੀ ਸੀ। ਡੰਡੀ ਮਾਨਵ ਭਾਰਤੀ ਯੂਨੀਵਰਸਿਟੀ ਦੇਸ਼ ਦੇ 17 ਸੂਬਿਆਂ ਵਿੱਚ ਕਾਰੋਬਾਰ ਕਰਦੀ ਰਹੀ ਹੈ। ਡੰਡੀ ਭਰਾ ਕਿੰਨਾ ਭਿਆਨਕ ਹੈ ਕਿ ਅਜਿਹੇ ਅਦਾਰਿਆਂ ਨੇ ਕਿੰਨੇ ਵਿਦਿਆਰਥੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਭਵਿੱਖ ਉਜਾੜਿਆ ਹੈ। ਡੰਡੀ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਪਰਿਵਾਰ ਵੀ ਪ੍ਰਭਾਵਿਤ ਹੁੰਦੇ ਹਨ। ਡੰਡੀ ਇਹ ਵਰਤਾਰਾ ਸਰਕਾਰ ਦੀਆਂ ਵਿੱਦਿਆ ਖੇਤਰਾਂ ਵਿੱਚ ਅਪਣਾਈਆਂ ਨਿੱਜੀਕਰਨ ਦੀਆਂ ਨੀਤੀਆਂ ਦੇ ਹਾਂ ਪੱਖੀ ਹੋਣ ਦੇ ਦਾਅਵਿਆਂ ਨੂੰ ਝੁਠਲਾਉਂਦਾ ਹੈ। ਡੰਡੀ ਸਰਕਾਰਾਂ ਹਮੇਸ਼ਾ ਪ੍ਰਾਈਵੇਟ ਖੇਤਰ ਲਈ ਅਥਾਹ ਪ੍ਰੇਮ ਦਾ ਪ੍ਰਗਟਾਵਾ ਕਰਦੀਆਂ ਇਹ ਕਹਿੰਦੀਆਂ ਰਹੀਆਂ ਹਨ ਕਿ ਪ੍ਰਾਈਵੇਟ ਖੇਤਰ ਸਿਹਤ ਵਿੱਦਿਆ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਵੱਡਾ ਯੋਗਦਾਨ ਪਾਉਣ ਦੇ ਸਮਰੱਥ ਹੈ। ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਾਈਵੇਟ ਖੇਤਰ ਦੇ ਕੁਝ ਅਦਾਰਿਆਂ ਨੇ ਵਿੱਦਿਆ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਪਰ ਉਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਡੰਡੀ ਅਜਿਹੇ ਅਦਾਰੇ ਆਮ ਕਰਕੇ ਸਮਾਜ ਸੇਵੀ ਭਾਵਨਾਵਾਂ ਵਾਲੇ ਵਿਅਕਤੀਆਂ, ਸੰਸਥਾਵਾਂ ਅਤੇ ਵਪਾਰਕ ਘਰਾਣਿਆਂ ਨਾਲ ਜੁੜੇ ਹਨ, ਜਦੋਂ ਕਿ ਬਹੁਤੇ ਅਦਾਰੇ ਹੁਣ ਮੁਨਾਫੇ ਪਿੱਛੇ ਭੱਜਣ ਵਾਲੀਆਂ ਵਪਾਰਕ ਇਕਾਈਆਂ ਵਾਂਗ ਕੰਮ ਕਰਦੇ ਹਨ। ਡੰਡੀ ਭਰਾ ਇਹ ਮੁੱਦਾ ਸਿਰਫ ਫਰਜ਼ੀ ਡਿਗਰੀਆਂ ਤੱਕ ਹੀ ਸੀਮਿਤ ਨਹੀਂ, ਸਗੋਂ ਵੱਡੇ ਸਵਾਲ ਖੜ੍ਹੇ ਕਰਦਾ ਹੈ। ਪ੍ਰਾਈਵੇਟ ਵਿੱਦਿਅਕ ਅਦਾਰੇ ਨੌਜਵਾਨਾਂ ਦੇ ਭਵਿੱਖ ਨਾਲ ਖੇਡਣ ਦੀ ਇੰਨੀ ਹਿੰਮਤ ਕਿਵੇਂ ਕਰ ਸਕਦੇ ਹਨ? ਸਰਕਾਰਾਂ ਦੁਆਰਾ ਇਹਨਾਂ ਅਦਾਰਿਆਂ 'ਤੇ ਨਜ਼ਰਸਾਨੀ ਨਿਗਾਹਬਾਨੀ ਕਰਨ ਲਈ ਬਣਾਈਆਂ ਸੰਸਥਾਵਾਂ ਇੰਨੀਆਂ ਕਮਜ਼ੋਰ ਹਨ। ਡੰਡੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਕੀ ਭੂਮਿਕਾ ਹੈ? ਡੰਡੀ ਜਦ ਸੂਬਾ ਸਰਕਾਰਾਂ ਅਜਿਹੇ ਅਦਾਰਿਆਂ ਨੂੰ ਵਿਧਾਨ ਸਭਾਵਾਂ ਵਿੱਚ ਐਕਟ ਪਾਸ ਕਰਕੇ ਮਨਜ਼ੂਰੀ ਦਿੰਦੀਆਂ ਹਨ ਤਾਂ ਇਹਨਾਂ ਅਦਾਰਿਆਂ ਨੂੰ ਜਵਾਬਦੇਹ ਬਣਾਉਣ ਲਈ ਮਾਪਦੰਡ ਤਿਆਰ ਕਰਕੇ ਲਗਾਤਾਰ ਨਿਗਰਾਨੀ ਕਿਉਂ ਨਹੀਂ ਕੀਤੀ ਜਾਂਦੀ? ਡੰਡੀ ਲੋਕਾਂ ਅਤੇ ਵਿਦਿਆਰਥੀਆਂ ਨੂੰ ਵੀ ਅਜਿਹੇ ਅਦਾਰਿਆਂ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਇਹਨਾਂ ਬਾਰੇ ਪੁੱਛ ਪੜਤਾਲ ਕਰਨੀ ਚਾਹੀਦੀ ਹੈ। ਡੰਡੀ
ਭਾਰਤ ਦੇ ਮੱਧ ਵਰਗ ਦੇ ਲੋਕਾਂ ਵਿੱਚ ਇਹ ਮਾਨਤਾ ਬਣ ਗਈ ਹੈ ਕਿ ਸਰਕਾਰੀ ਅਦਾਰੇ ਉੱਚ ਮਿਆਰ ਦੀ ਵਿੱਦਿਆ ਨਹੀਂ ਦੇ ਸਕਦੇ। ਡੰਡੀ ਲੋਕ ਪ੍ਰਾਈਵੇਟ ਅਦਾਰਿਆਂ ਦੀਆਂ ਇਮਾਰਤਾਂ ਅਤੇ ਇਸ਼ਤਿਹਾਰਬਾਜ਼ੀ ਕਾਰਨ ਮੋਹੇ ਜਾਂਦੇ ਹਨ। ਡੰਡੀ ਸਿੱਖਿਆ ਖੇਤਰ ਦੇ ਮਾਹਿਰਾਂ ਅਨੁਸਾਰ ਸਭ ਤੋਂ ਜ਼ਿਆਦਾ ਖਤਰਨਾਕ ਰੁਝਾਨ ਨਕਲੀ ਡਿਗਰੀਆਂ ਦੀ ਮੰਗ ਵਧਣ ਅਤੇ ਲੋਕਾਂ ਦੁਆਰਾ ਇਹਨਾਂ ਨੂੰ ਵਰਤਣ ਦਾ ਹੈ। ਡੰਡੀ ਦੂਸਰੇ ਪਾਸੇ ਸਰਕਾਰਾਂ ਜਨਤਕ ਖੇਤਰ ਦੇ ਵਿੱਦਿਅਕ ਅਦਾਰਿਆਂ ਅਤੇ ਯੂਨੀਵਰਸਿਟੀਆਂ ਨੂੰ ਵਿੱਤੀ ਸਹਾਇਤਾ ਦੇਣ ਤੋਂ ਹੱਥ ਖਿੱਚ ਰਹੀਆਂ ਹਨ। ਡੰਡੀ ਬਹੁਤ ਸਾਰੀਆਂ ਸੂਬਾਈ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪ੍ਰਿਆ ਅਧਿਆਪਕ ਠੇਕੇ 'ਤੇ ਰੱਖੇ ਗਏ ਹਨ, ਜਿਸ ਕਾਰਨ ਖੋਜ ਕਾਰਜ ਅਤੇ ਵਿੱਦਿਅਕ ਮਿਆਰਾਂ ਨੂੰ ਢਾਹ ਲੱਗੀ ਹੈ। ਡੰਡੀ ਕੋਵਿਡ-19 ਦੀ ਮਹਾਂਮਾਰੀ ਨੇ ਵੀ ਦਿਖਾਇਆ ਹੈ ਕਿ ਪ੍ਰਾਈਵੇਟ ਖੇਤਰ ਦੇ ਹਸਪਤਾਲ ਅਤੇ ਵਿੱਦਿਅਕ ਅਦਾਰੇ ਸਧਾਰਨ ਸਾਧਨਾਂ ਵਾਲੇ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਡੰਡੀ ਜਮਹੂਰੀ ਤਾਕਤਾਂ ਨੂੰ ਇਹ ਲੋਕ ਰਾਏ ਕਿ ਸਰਕਾਰਾਂ ਨੂੰ ਸਿਹਤ ਵਿੱਦਿਆ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਬੁਨਿਆਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਲਈ ਲਾਮਬੰਦੀ ਕਰਨ ਦੀ ਸਖਤ ਜ਼ਰੂਰਤ ਹੈ। ਡੰਡੀ ਜਿੰਨੀ ਵਾਰ ਵੀ ਤੁਸੀਂ ਕਿਸੇ ਸੁਪਰ ਮਾਰਕੀਟ ਜਾਂ ਆਮ ਜਿਹੇ ਦਿਖਾਈ ਦੇਣ ਵਾਲੇ ਕਰਿਆਨਾ ਸਟੋਰ ਵਿੱਚ ਖਰੀਦਦਾਰੀ ਲਈ ਦਾਖਲ ਹੁੰਦੇ ਹੋ ਤਾਂ ਉੱਥੇ ਤੁਸੀਂ ਚੋਣ ਲਈ ਅਨੇਕਾਂ ਵੰਨ-ਸਵੰਨੀਆਂ ਵਸਤਾਂ ਦੇਖ ਕੇ ਹੈਰਾਨ ਰਹਿ ਜਾਂਦੇ ਹੋ। ਡੰਡੀ ਸਟੋਰਾਂ ਦੀਆਂ ਸ਼ੈਲਫਾਂ ਵੱਖ-ਵੱਖ ਤਰ੍ਹਾਂ ਦੀਆਂ ਖੁਰਾਕੀ ਵਸਤਾਂ ਨਾਲ ਭਰੀਆਂ ਹੁੰਦੀਆਂ ਹਨ ਅਤੇ ਇਹ ਉਤਪਾਦ ਬਹੁਤ ਹੀ ਲੁਭਾਉਣੇ ਪੈਕਟਾਂ ਵਿੱਚ ਹੁੰਦੇ ਹਨ ਅਤੇ ਨਾਲ ਹੁੰਦੀਆਂ ਹਨ ਲਲਚਾਉਣ ਵਾਲੀਆਂ ਖਰੀਦਦਾਰੀ ਪੇਸ਼ਕਸ਼ਾਂ। ਡੰਡੀ ਇਸ ਤੋਂ ਕਿਸੇ ਨੂੰ ਵੀ ਇਹ ਵਹਿਮ ਹੋ ਸਕਦਾ ਹੈ ਕਿ ਬਾਜ਼ਾਰ ਵਿੱਚ ਮਿਲਦੇ ਬਦਲਾਂ ਚੋਣ ਵਿੱਚ ਇਜ਼ਾਫਾ ਹੋ ਰਿਹਾ ਹੈ, ਪਰ ਹਕੀਕਤ ਇਹ ਹੈ ਕਿ ਸਾਡੇ ਲਈ ਬਦਲ ਸੀਮਤ ਹੋ ਰਹੇ ਹਨ। ਡੰਡੀ ਜ਼ਿਆਦਾਤਰ ਉਤਪਾਦ ਕੁਝ ਕੁ ਹੀ ਕੰਪਨੀਆਂ ਦੇ ਹੁੰਦੇ ਹਨ ਅਤੇ ਪਿਛਲੇ ਸਾਲਾਂ ਦੌਰਾਨ ਅਜਿਹੀਆਂ ਕੰਪਨੀਆਂ ਦੀ ਗਿਣਤੀ ਘਟੀ ਹੈ। ਡੰਡੀ ਇਸ ਦਾ ਕਾਰਨ ਹੈ ਖੁਰਾਕ ਪ੍ਰਾਸੈਸਿੰਗ ਅਤੇ ਪ੍ਰਚੂਨ ਵਪਾਰ ਦਾ ਕੇਂਦਰੀਕਰਨ ਹੋਣਾ, ਜਿਸ ਨਾਲ ਇਸ ਖੇਤਰ ਵਿੱਚ ਕੁਝ ਕੁ ਹੀ ਕੰਪਨੀਆਂ ਦਾ ਦਬਦਬਾ ਜਾਂ ਇਜਾਰੇਦਾਰੀ ਬਣ ਗਈ ਹੈ। ਡੰਡੀ ਜੇ ਤੁਹਾਨੂੰ ਇਹ ਜਾਪਦਾ ਹੈ ਕਿ ਅਜਿਹਾ ਕੇਂਦਰੀਕਰਨ ਮਹਿਜ਼ ਖੁਰਾਕੀ ਵਸਤਾਂ ਦੇ ਪ੍ਰਚੂਨ ਬਾਜ਼ਾਰ ਵਿੱਚ ਹੋ ਰਿਹਾ ਹੈ ਤਾਂ ਵੀ ਤੁਹਾਨੂੰ ਸਾਹ ਰੋਕ ਕੇ ਸੁਣਨ ਦੀ ਲੋੜ ਹੈ। ਡੰਡੀ ਇਹ ਕੇਂਦਰੀਕਰਨ ਤੇ ਇਕੱਤਰੀਕਰਨ ਨਾ ਸਿਰਫ ਇਸ ਖੇਤਰ ਵਿੱਚ ਹੋ ਰਿਹਾ ਹੈ, ਸਗੋਂ ਸਮੁੱਚੀ ਖੁਰਾਕ ਪੈਦਾਵਾਰੀ ਲੜੀ ਵਿੱਚ ਜਾਰੀ ਹੈ, ਜਿਸ ਦੇ ਸਿੱਟੇ ਵਜੋਂ ਗਾਹਕ ਲਈ ਚੋਣਾਂ ਜਾਂ ਬਦਲ ਘਟ ਰਹੇ ਹਨ। ਡੰਡੀ ਹੁੰਦਾ ਇਹ ਹੈ ਕਿ ਪਹਿਲਾਂ ਕਿਸੇ ਕੰਪਨੀ ਦੀ ਇਜਾਰੇਦਾਰੀ ਬਣਦੀ ਹੈ, ਉਸ ਤੋਂ ਬਾਅਦ ਅਜਿਹੀਆਂ ਕੁਝ ਕੰਪਨੀਆਂ ਦਾ ਗੱਠਜੋੜ ਬਣੇਗਾ ਜਿਸ ਨਾਲ ਸਮੁੱਚੀ ਖੁਰਾਕ ਪੈਦਾਵਾਰੀ ਲੜੀ ਉੱਤੇ ਉਹਨਾਂ ਦਾ ਕਬਜ਼ਾ ਹੋ ਜਾਵੇਗਾ। ਜਿਵੇਂ ਮਜ਼ੂਰੀ ਯੂਨੀਵਰਸਿਟੀ ਅਮਰੀਕਾ ਦੇ ਡਾਕਟਰ ਵਿਲੀਅਮ ਹੈਫਰਮੈਨ ਨੇ 1991 ਵਿੱਚ ਹੀ ਭਵਿੱਖਬਾਣੀ ਕਰ
ਦਿੱਤੀ ਸੀ ਕਿ ਬੀਜ ਤੋਂ ਸ਼ੁਰੂ ਹੋ ਕੇ ਦੁਕਾਨ ਵਿੱਚ ਪਹੁੰਚਣ ਤੱਕ ਦੇ ਸਮੁੱਚੇ ਕਾਰ ਵਿਹਾਰ ਉੱਤੇ ਕੰਪਨੀਆਂ ਆਪਣਾ ਕੰਟਰੋਲ ਕਰ ਲੈਣਗੀਆਂ ਤੇ ਬਿਲਕੁਲ ਇਹੋ ਹੋਇਆ ਹੈ। ਡੈਂਡੀ ਪਹਿਲਾਂ ਇਸ ਪਾਸੇ ਤਬਦੀਲੀ ਬਹੁਤ ਮੱਠੀ ਰਫ਼ਤਾਰ ਨਾਲ ਸ਼ੁਰੂ ਹੋਈ, ਪਰ ਸੰਸਾਰੀਕਰਨ ਹੁੰਦਿਆਂ ਹੀ ਇਸ ਅਮਲ ਨੇ ਪੂਰੀ ਤੇਜ਼ੀ ਫੜ ਲਈ। ਡੈਂਡੀ ਇਹ ਸਾਰਾ ਅਮਲ ਬਾਜ਼ਾਰ ਆਧਾਰਿਤ ਅਰਥਚਾਰੇ ਦੇ ਮੂਲ ਮੰਤਰ ਜ਼ਿਆਦਾ ਬਦਲ ਮਤਲਬ ਜ਼ਿਆਦਾ ਮੁਕਾਬਲਾ ਨੂੰ ਸੀਮਤ ਕਰਨ ਲੱਗ ਪਿਆ। ਡੈਂਡੀ ਹਕੀਕਤ ਤਾਂ ਇਹ ਹੈ ਕਿ ਜਿਸ ਤਰ੍ਹਾਂ ਕੰਪਨੀਆਂ ਖਰੀਦਣ ਜਾਂ ਉਹਨਾਂ ਦੇ ਰਲੇਵੇਂ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ, ਖਾਸ ਕਰ 1980ਵਿਆਂ ਦੇ ਬਾਅਦ, ਉਸ ਨਾਲ ਸਭ ਤੋਂ ਵੱਧ ਸੀਟਾਂ ਮੁਕਾਬਲੇ ਨੂੰ ਹੀ ਵੱਜੀ ਹੈ। ਡੈਂਡੀ ਜਿਵੇਂ ਹੈਫਰਮੈਨ ਤੇ ਕੁਝ ਹੋਰ ਅਰਥਸ਼ਾਸਤਰੀਆਂ ਨੇ ਖਬਰਦਾਰ ਕੀਤਾ ਸੀ, ਬਿਲਕੁਲ ਉਸੇ ਮੁਤਾਬਕ ਜਦੋਂ ਬਾਜ਼ਾਰ ਦੇ 40% ਤੋਂ ਜ਼ਿਆਦਾ ਹਿੱਸੇ ਉੱਤੇ ਮਹਿਜ਼ 4 ਕੰਪਨੀਆਂ ਦਾ ਕਬਜ਼ਾ ਹੋ ਗਿਆ ਤਾਂ ਇਹ ਬਾਜ਼ਾਰ ਮੁਕਾਬਲੇ ਵਾਲਾ ਨਹੀਂ ਰਿਹਾ। ਡੈਂਡੀ ਖਪਤਕਾਰ ਲਈ ਚੋਣ ਵਾਸਤੇ ਬਦਲ ਸੀਮਤ ਹੁੰਦੇ ਗਏ। ਡੈਂਡੀ ਸਟਾਰਟ ਮਾਲਕੀ ਪੱਖੋਂ ਕੇਂਦਰੀਕਰਨ ਨਾਲ ਸਰਮਾਇਆ ਅਤੇ ਸ਼ਕਤੀ ਇਜਾਰੇਦਾਰੀ ਵਿੱਚ ਜਮ੍ਹਾਂ ਹੋਣ ਲੱਗੀ। ਡੈਂਡੀ ਸਮੁੱਚੀ ਖੁਰਾਕ ਲੜੀ ਵਿੱਚ ਬਣਾਇਆ ਗਿਆ ਸ਼ਕਤੀ ਕੇਂਦਰੀਕਰਨ ਇਹ ਤੈਅ ਕਰਨ ਲੱਗਾ ਕਿ ਕਦੋਂ ਕੀ ਬਣਾਉਣਾ ਤੇ ਖਾਣਾ ਚਾਹੀਦਾ ਹੈ। ਡੈਂਡੀ ਜਦੋਂ ਤੋਂ ਫੈਸਲਾ ਕਰਨ ਦੀ ਕਾਰਵਾਈ ਲੋਕਾਂ ਦੀ ਆਪਣੀ ਪਸੰਦ ਦੀ ਥਾਂ ਕੰਪਨੀਆਂ ਦੇ ਬੋਰਡ ਰੂਮ ਦਾ ਵਿਸ਼ਾ ਬਣਨ ਲੱਗੀ ਹੈ, ਉਦੋਂ ਤੋਂ ਹੀ ਸਾਰੀਆਂ ਵਸਤਾਂ ਸਮੇਤ ਖੁਰਾਕੀ ਵਸਤਾਂ ਦੇ ਬਦਲ ਵੀ ਸੀਮਤ ਹੋਣ ਲੱਗ ਪਏ ਹਨ। ਡੈਂਡੀ ਇਸ਼ਤਿਹਾਰਾਂ ਦੀ ਚਮਕ ਦਮਕ ਕਾਰਨ ਲੋਕਾਂ ਦੀ ਰਵਾਇਤੀ ਖਾਣ ਪੀਣ ਤੋਂ ਦਿਲਚਸਪੀ ਘਟਣ ਲੱਗੀ ਅਤੇ ਜੰਕ ਫੂਡ ਦੀ ਖਪਤ ਦਿਨ ਦੁੱਗਣੀ ਰਾਤ ਚੌਗੁਣੀ ਰਫ਼ਤਾਰ ਨਾਲ ਵਧਣ ਲੱਗੀ। ਡੈਂਡੀ ਮੋਟਾਪਾ ਅਤੇ ਜਿਉਣ ਢੰਗ ਨਾਲ ਸੰਬੰਧਿਤ ਬਿਮਾਰੀਆਂ ਵਿੱਚ ਹੋਇਆ ਇਜ਼ਾਫਾ ਇਸ ਦੀ ਮਿਸਾਲ ਹੈ। ਡੈਂਡੀ ਖੁਰਾਕ ਬਾਜ਼ਾਰ ਉੱਤੇ ਕਾਰਪੋਰੇਟਾਂ ਦਾ ਕੰਟਰੋਲ ਪਹਿਲਾਂ ਨਾਲੋਂ ਵੀ ਵਧਣ ਵਾਲਾ ਹੈ। ਡੈਂਡੀ ਖਬਰਾਂ ਮੁਤਾਬਕ ਅਮਰੀਕੀ ਹਕੂਮਤ ਚਾਹੁੰਦੀ ਹੈ ਕਿ ਲੋਕਾਂ ਵਿੱਚ ਖਾਣ ਪੀਣ ਅਤੇ ਪੌਸ਼ਟਿਕਤਾ ਸੰਬੰਧੀ ਜਾਗਰੂਕਤਾ ਫੈਲਾਉਣ ਦੀ ਜ਼ਿੰਮੇਵਾਰੀ ਪ੍ਰਾਈਵੇਟ ਖੇਤਰ ਨਿਭਾਵੇ। ਡੈਂਡੀ ਪਿਛਲੇ ਕੁਝ ਸਾਲਾਂ ਦੌਰਾਨ ਸੰਸਾਰ ਦੇ 3 ਵੱਡੇ ਕਾਰੋਬਾਰਾਂ ਵਿੱਚ ਗੱਠਜੋੜ ਬਣਦਾ ਦਿਖਾਈ ਦਿੱਤਾ ਹੈ, ਤਕਨੀਕੀ ਵਪਾਰਕ ਅਦਾਰੇ ਅਤੇ ਪ੍ਰਚੂਨ ਵਪਾਰੀ, ਜਿਹੜਾ ਕਿਸੇ ਮੁਲਕ ਦੀਆਂ ਅੰਦਰੂਨੀ ਤੇ ਕੌਮਾਂਤਰੀ ਨੀਤੀਆਂ ਬਣਾਉਣ ਦੀ ਪ੍ਰਕਿਰਿਆ ਵਿੱਚ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦਾ ਹੈ। ਡੈਂਡੀ ਅਮਰੀਕਾ ਵਿੱਚ 1970ਵਿਆਂ ਦੌਰਾਨ ਵੱਡੇ ਬਣੋ ਜਾਂ ਫਿਰ ਲਾਂਭੇ ਹੋ ਜਾਓ ਦੇ ਸਿਧਾਂਤ ਨੂੰ ਹੁਲਾਰਾ ਦਿੱਤਾ ਗਿਆ। ਡੈਂਡੀ ਇਸੇ ਨੇ ਸੰਸਾਰ ਦੀਆਂ ਖੇਤੀ ਬਾਰੇ ਲੋਕ ਨੀਤੀਆਂ ਨੂੰ ਮੁੜ ਤੈਅ ਕਰਦਿਆਂ ਸਮੁੱਚੀ ਖੁਰਾਕ ਲੜੀ ਦੀ ਆਪਸੀ ਇਕਮੁੱਠਤਾ ਕਰਨ ਦਾ ਆਗਾਜ਼ ਕਰ ਦਿੱਤਾ ਸੀ। ਡੈਂਡੀ ਸ਼ਾਇਦ ਇਸੇ ਗੱਲ ਨੇ ਭਾਰਤੀ ਕਿਸਾਨਾਂ ਨੂੰ ਫਿਕਰਾਂ ਵਿੱਚ ਪਾਇਆ ਹੋਇਆ ਹੈ ਅਤੇ ਉਹਨਾਂ ਦਾ ਅੰਦੋਲਨ ਦਰਅਸਲ ਆਪਣੇ ਉਤਪਾਦ ਦੀ ਇੱਕ ਤੈਅ ਕੀਮਤ ਹਾਸਲ ਕਰਕੇ ਆਪਣੀ ਰੋਜ਼ੀ ਰੋਟੀ ਸੁਰੱਖਿਅਤ ਕਰਨ ਲਈ ਹੀ ਹੈ। ਡੈਂਡੀ ਜੋ ਕੁਝ ਉਹ ਮੰਗ ਰਹੇ ਹਨ ਉਹ ਖੁਰਾਕ ਪ੍ਰਣਾਲੀ ਵਿੱਚ ਆਪਣੇ ਖਿਲਾਫ ਬਣ ਗਏ ਉਸ ਸ਼ਕਤੀ ਸੰਤੁਲਨ ਨੂੰ ਸਹੀ ਕਰਨ ਦੀ ਕੋਸ਼ਿਸ਼ ਹੈ। ਡੈਂਡੀ
ਇਹ ਭਾਵੇਂ ਜ਼ਮੀਨ ਹੋਵੇ, ਬੀਜ ਹੋਣ ਜਾਂ ਪਸ਼ੂ ਧਨ। ਜਿਸ ਤਰ੍ਹਾਂ ਅਮਰੀਕਾ ਵਿੱਚ ਇਸ ਸਭ ਕਾਸੇ ਦਾ ਕੁਝ ਕੁ ਹੱਥਾਂ ਵਿੱਚ ਕੇਂਦਰੀਕਰਨ ਹੋਇਆ ਹੈ, ਉਸ ਨੇ ਇਹ ਰੁਝਾਨ ਦੁਨੀਆ ਭਰ ਵਿੱਚ ਸ਼ੁਰੂ ਕਰ ਦਿੱਤਾ ਹੈ। ਡੈਂਡੀ ਉੱਥੇ ਛੋਟੇ ਕਿਸਾਨ ਖੇਤੀ ਛੱਡ ਰਹੇ ਹਨ। ਡੈਂਡੀ ਇਸ ਬਾਰੇ ਫੈਮਿਲੀ ਐਕਸ਼ਨ ਅਲਾਇੰਸ ਇਨ ਦੀ ਅਮਰੀਕਾ ਵਿੱਚ ਪਰਿਵਾਰਾਂ ਦੀ ਸੰਯੁਕਤ ਮੁਹਿੰਮ ਲਈ ਕਰਵਾਏ ਦੀ ਫੂਡ ਸਿਸਟਮ ਕੰਸਟਰੇਸ਼ਨ ਐਂਡ ਇਟਸ ਇੰਪੈਕਟ ਖੁਰਾਕੀ ਪ੍ਰਣਾਲੀ ਇਕੱਤਰੀਕਰਨ 'ਤੇ ਇਸ ਦਾ ਅਸਰ ਨਾਮੀ ਦਿਲਚਸਪ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਬੀਤੇ 40 ਸਾਲਾਂ ਦੌਰਾਨ 2000 ਏਕੜ ਤੋਂ ਵੱਧ ਜ਼ਮੀਨ ਰਕਬੇ ਵਾਲੇ ਜ਼ਿਮੀਂਦਾਰਾਂ ਦੀ ਗਿਣਤੀ 15% ਤੋਂ ਵੱਧ ਕੇ 37% ਹੋ ਗਈ ਹੈ। ਡੈਂਡੀ ਇਸੇ ਤਰ੍ਹਾਂ ਇਸ ਸਮੇਂ ਦੌਰਾਨ ਡੇਅਰੀ ਫਾਰਮਾਂ ਦੀ ਗਿਣਤੀ ਵਿੱਚ ਵੀ ਕਾਫੀ ਇਜ਼ਾਫਾ ਇਸੇ ਤਰ੍ਹਾਂ ਇਸ ਸਮੇਂ ਦੌਰਾਨ ਡੇਅਰੀ ਫਾਰਮਾਂ ਦੀ ਗਿਣਤੀ ਵਿੱਚ ਵੀ ਕਾਫੀ ਇਜ਼ਾਫਾ ਹੋਇਆ ਅਤੇ ਇਹ ਅੰਕੜਾ 80 ਤੋਂ ਵੱਧ ਕੇ 1300 ਤੋਂ ਉੱਪਰ ਚਲਾ ਗਿਆ। ਡੰਡੀ ਸਾਲ 2020 ਦੀ ਜ਼ਮੀਨ ਸੰਬੰਧੀ ਰਿਪੋਰਟ ਮੁਤਾਬਕ ਬਿਲ ਗੇਟਸ ਅਤੇ ਉਹਨਾਂ ਦੀ ਪਤਨੀ ਮਲਿੰਡਾ ਗੇਟਸ 2.42 ਲੱਖ ਕਰੋੜ ਦੀ ਮਾਲਕੀ ਨਾਲ ਅਮਰੀਕਾ ਦੇ ਸਭ ਤੋਂ ਵੱਡੇ ਜ਼ਿਮੀਂਦਾਰ ਬਣ ਗਏ ਹਨ। ਡੰਡੀ ਇਸ ਸੂਚੀ ਵਿੱਚ ਅਗਲਾ ਨਾਂ ਔਫੁੱਟ ਪਰਿਵਾਰ 1.90 ਲੱਖ ਏਕੜ ਹੈ। ਡੰਡੀ ਬਹੁਤ ਜ਼ਿਆਦਾ ਜ਼ਮੀਨ ਦੇ ਮਾਲਕ ਹੋਣ ਕਾਰਨ ਨਾਮੀ ਸਰਮਾਏਦਾਰਾਂ ਟੈਡ ਟਰਨਰ ਅਤੇ ਡੇਵਿਡ ਰਾਕਫੇਲਰ ਨੂੰ ਅਤੀਤ ਵਿੱਚ ਮਿਲੀਆਂ ਸਬਸਿਡੀਆਂ ਤੋਂ ਭਾਰੀ ਫਾਇਦਾ ਹੋਇਆ। ਡੰਡੀ ਮੁੜ ਖੇਤੀ ਦੀ ਗੱਲ 'ਤੇ ਆਈਏ ਤਾਂ 6 ਵੱਡੀਆਂ ਬੀਜ ਕੰਪਨੀਆਂ ਦੇ ਸੰਭਾਵਿਤ ਰਲੇਵੇਂ ਤੋਂ ਬਾਅਦ ਅਜਿਹੀਆਂ ਕੰਪਨੀਆਂ ਦੀ ਗਿਣਤੀ ਘਟ ਕੇ 4 ਰਹਿ ਜਾਵੇਗੀ ਅਤੇ ਆਲਮੀ ਬੀਜ ਵਪਾਰ ਵਿੱਚ ਇਹਨਾਂ ਦਾ ਹਿੱਸਾ ਵੱਧ ਕੇ 59% ਹੋ ਜਾਵੇਗਾ। ਡੰਡੀ ਵਪਾਰ ਸੰਬੰਧੀ ਬੌਧਿਕ ਜਾਇਦਾਦ ਅਧਿਕਾਰੀ ਸੰਧੀ ਲਾਗੂ ਹੋਣ ਤੋਂ ਬਾਅਦ ਬਹੁਤ ਸਾਰੇ ਮੁਲਕ ਹੁਣ ਅਜਿਹੀਆਂ ਨੀਤੀਆਂ ਲਿਆ ਰਹੇ ਹਨ ਜਿਸ ਨਾਲ ਕਿਸਾਨਾਂ ਲਈ ਰਵਾਇਤੀ ਬੀਜਾਂ ਦਾ ਇਸਤੇਮਾਲ ਕਰਨਾ ਬੰਦ ਜਾਂ ਕਾਫੀ ਸੀਮਤ ਹੋ ਜਾਵੇਗਾ। ਡੰਡੀ ਬੀਜ ਜੈਵ ਤਕਨੀਕ ਕੰਪਨੀਆਂ ਬੂਟਿਆਂ ਦੀਆਂ ਕਿਸਮਾਂ ਵਿੱਚ ਸਿਰਫ ਇੱਕ ਹੀ ਜੀਨ ਪਾਉਂਦੀਆਂ ਹਨ ਅਤੇ ਇਸ ਤਰ੍ਹਾਂ ਇਹ ਵੀ ਕਿਸਮ ਬਣਨ ਨਾਲ ਉਸ ਕੰਪਨੀ ਦੀ ਮਲਕੀਅਤ ਬਣ ਜਾਂਦੀ ਹੈ। ਡੰਡੀ ਭਰਾ 3 ਵੱਡੀਆਂ ਖੇਤੀ ਰਸਾਇਣ ਕੰਪਨੀਆਂ ਬਾਇਰ ਮੌਨਸੈਂਟੋ ਕੇਮ ਚਾਈਨਾ ਸਿੰਜੈਂਟਾ ਅਤੇ ਡਾਓ ਡਿਪੋਡ ਕੋਲ ਦੁਨੀਆ ਭਰ ਵਿੱਚ ਕੀੜੇਮਾਰ ਦਵਾਈਆਂ ਦੇ ਬਾਜ਼ਾਰ ਵਿੱਚ 64% ਹਿੱਸਾ ਹੈ। ਡੰਡੀ ਪਹਿਲਾਂ ਬੀਜ ਕੰਪਨੀਆਂ ਨੇ ਆਪਣੀਆਂ ਇਜਾਦਸ਼ੁਦਾ ਬੂਟਿਆਂ ਦੀਆਂ ਕਿਸਮਾਂ ਤੋਂ ਉਪਜ ਦੀ ਸਫਲਤਾ ਲਈ ਕੀੜੇਮਾਰ ਦਵਾਈਆਂ ਦੀ ਵਰਤੋਂ ਨੂੰ ਜ਼ਰੂਰੀ ਦੱਸਿਆ ਸੀ ਅਤੇ ਹੁਣ ਜੈਵਿਕ ਆਧਾਰ 'ਤੇ ਸੋਧੀਆਂ ਹੋਈਆਂ GM ਕਿਸਮਾਂ ਵਿੱਚ ਇੱਕ ਖਾਸ ਕਿਸਮ ਦੀ ਜਾਨ ਪਾ ਕੇ ਉਸਨੂੰ ਵੱਖ-ਵੱਖ ਨਦੀਨ ਮਾਰਾਂ ਲਈ ਜ਼ਿਆਦਾ ਸਹਿਣਸ਼ੀਲ ਬਣਾ ਦਿੱਤਾ ਤਾਂ ਕਿ ਉਸ ਖਾਸ ਨਦੀਨ ਨੂੰ ਖਤਮ ਕਰਨ ਲਈ ਖਾਸ ਨਦੀਨ ਮਾਰ ਦਾ ਜ਼ਿਆਦਾ ਮਾਤਰਾ ਵਿੱਚ ਇਸਤੇਮਾਲ ਕਰਨਾ ਪਵੇ। ਡੰਡੀ ਦਾਅਵੇ ਤੋਂ ਉਲਟ ਜੈਵਿਕ ਆਧਾਰ 'ਤੇ ਸੋਧਾਂ ਹੋਈਆਂ ਕਿਸਮਾਂ ਲਾਉਣ ਤੋਂ ਬਾਅਦ ਕੀੜੇਮਾਰਾਂ ਦਾ ਇਸਤੇਮਾਲ
ਘਟਣ ਦੀ ਥਾਂ ਸਗੋਂ ਵੱਧ ਰਿਹਾ ਹੈ ਡੰਡੀ। ਇਹ ਸਾਰੇ ਮਾਮਲੇ ਉਸ ਸਵਾਲ ਨੂੰ ਜਨਮ ਦਿੰਦੇ ਹਨ ਕਿ ਖੁਰਾਕ ਸੰਸਾਰ ਨੂੰ ਕੰਟਰੋਲ ਕੌਣ ਕਰ ਰਿਹਾ ਹੈ। ਸਸਤੇ ਭੋਜਨ ਦੇ ਬਦਲੇ ਅਸੀਂ ਨਾ ਸਿਰਫ ਸਿਹਤ ਅਤੇ ਵਾਤਾਵਰਣ ਦੀ ਤਬਾਹੀ ਦੇ ਰੂਪ ਵਿੱਚ ਕੀਮਤ ਅਦਾ ਕਰਾਂਗੇ, ਸਗੋਂ ਇਸ ਦੇ ਸਿੱਟੇ ਵਜੋਂ ਉਹਨਾਂ ਕਿਸਮਾਂ ਦੀਆਂ ਮੁਸ਼ਕਲਾਂ ਵਧਣਗੀਆਂ ਜਿਨ੍ਹਾਂ ਨੂੰ ਉਹਨਾਂ ਦੀਆਂ ਜਿਨਸਾਂ ਦਾ ਵਾਜਬ ਮੁੱਲ ਨਹੀਂ ਮਿਲੇਗਾ ਡੰਡੀ। ਇਸ ਤਰ੍ਹਾਂ ਅਸੀਂ ਉਸ ਖਤਰਨਾਕ ਹਾਲਾਤ ਵੱਲ ਅੱਗੇ ਵੱਧ ਜਾਵਾਂਗੇ ਜਿੱਥੇ ਕਿਸਾਨ ਖੇਤੀ ਕਰਨੀ ਹੀ ਛੱਡ ਦੇਣਗੇ ਅਤੇ ਜ਼ਮੀਨ ਉੱਤੇ ਕੰਪਨੀਆਂ ਕਾਬਜ਼ ਹੋ ਜਾਣਗੀਆਂ ਡੰਡੀ। ਇਹੋ ਫਿਕਰ ਮੌਜੂਦਾ ਅੰਦੋਲਨ ਵਿੱਚ ਜੂਝ ਰਹੇ ਕਿਸਾਨਾਂ ਨੂੰ ਵੱਢ ਵੱਢ ਕੇ ਖਾ ਰਿਹਾ ਹੈ ਡੰਡੀ। ਛੋਟੇ ਹੁੰਦਿਆਂ ਜਦੋਂ ਪਿੰਡ ਜਾਣਾ ਤੇ ਕਈਆਂ ਨੇ ਪੁੱਛ ਲੈਣਾ, ਤੂੰ ਕਿੰਨਾ ਚੋਂ ਐ ਕਾਕਾ? ਮੈਨੂੰ ਸਵਾਲ ਸਮਝ ਨਹੀਂ ਸੀ ਆਉਂਦਾ ਡੰਡੀ। ਕੋਲ ਖੜੇ ਕਿਸੇ ਜਣੇ ਨੇ ਕਹਿ ਦੇਣਾ, ਇਹ ਜਮਾਦਾਰੀਆਂ ਚੋਂ ਆ ਡੰਡੀ। ਬੜਾ ਅਜੀਬ ਜਿਹਾ ਲੱਗਦਾ ਸੀ ਇਹ ਜਵਾਬ ਡੰਡੀ। ਸ਼ਹਿਰ ਵਿੱਚ ਇਸ ਸ਼ਬਦ ਦਾ ਮਤਲਬ ਕੁਝ ਹੋਰ ਹੁੰਦਾ ਸੀ ਡੰਡੀ। ਵੱਡਾ ਹੋਇਆ ਤਾਂ ਪਤਾ ਲੱਗਾ ਕਿ ਮੇਰੇ ਦਾਦੇ ਦੇ ਦਾਦੇ ਦਾ ਸ਼ਰੀਕੇ ਵਿੱਚੋਂ ਇੱਕ ਭਰਾ ਅੰਗਰੇਜ਼ਾਂ ਦੀ ਫੌਜ ਵਿੱਚੋਂ ਜਮਾਦਾਰ ਦੇ ਅਹੁਦੇ ਤੋਂ ਰਿਟਾਇਰ ਹੋਇਆ ਸੀ ਡੰਡੀ। ਇਹ ਅਹੁਦਾ ਹੌਲਦਾਰ ਤੋਂ ਇੱਕ ਦਰਜਾ ਉੱਚਾ ਹੁੰਦਾ ਸੀ ਡੰਡੀ। ਬਸ ਉਹਦੇ ਕਰਕੇ ਹੀ ਸਾਡੇ ਖਾਨਦਾਨ ਦੀ ਅੱਲ ਜਮਾਦਾਰੀਆਂ ਦਾ ਟੱਬਰ ਪਈ ਸੀ ਡੰਡੀ। ਅੱਜ ਦੇ ਪਾਕਿਸਤਾਨ ਵਿੱਚ ਇੱਕ ਇਲਾਕਾ ਹੁੰਦਾ ਸੀ ਜਿਹਨੂੰ ਬਾਰ ਆਖਦੇ ਸਨ ਡੰਡੀ। ਉੱਥੇ ਜਮਾਦਾਰ ਸਾਹਿਬ ਅਤੇ ਹੋਰ ਭਰਾਵਾਂ ਕੋਲੇ ਵਾਹਵਾ ਜ਼ਮੀਨ ਸੀ ਡੰਡੀ। ਗੋਰਿਆਂ ਨਾਲ ਕੰਮ ਕਰ ਰਹੇ ਜਮਾਦਾਰ ਵੀ ਦੂਰ ਅੰਦੇਸ਼ੀ ਸਿੱਖ ਗਿਆ ਸੀ ਡੰਡੀ। ਉਹਨਾਂ ਨੇ ਭਰਾਵਾਂ ਨੂੰ ਆਗਾਹ ਕੀਤਾ ਕਿ ਇੱਕ ਦਿਨ ਪਾਕਿਸਤਾਨ ਬਣ ਜਾਣਾ ਤੇ ਉਹਨਾਂ ਦੀ ਜ਼ਮੀਨ ਇੱਥੇ ਹੀ ਰਹਿ ਜਾਊ ਡੰਡੀ। ਮੇਰੇ ਦਾਦੇ ਦੇ ਦਾਦੇ ਨੇ ਉਹਦੀ ਗੱਲ ਮੰਨ ਲਈ ਡੰਡੀ। 1936 ਵਿੱਚ ਉਹ ਬਾਹਰ ਛੱਡ ਕੇ ਪਿੰਡ ਢੋਲਣ ਆ ਗਏ ਜਿੱਥੇ ਉਹਨਾਂ 80 ਵੀਘੇ ਜ਼ਮੀਨ ਖਰੀਦ ਲਈ ਡੰਡੀ। 5 ਪੁੱਤ ਸੀ ਅਤੇ 16 ਵੀਘੇ ਇਕੱਲੇ ਦੇ ਹਿੱਸੇ ਰਹਿ ਗਏ ਡੰਡੀ। ਉਹਨਾਂ ਵਿੱਚੋਂ ਸਭ ਤੋਂ ਵੱਡਾ ਸੀ ਮੇਰਾ ਪੜਦਾਦਾ ਪ੍ਰੇਮ ਸਿਉਂ ਡੰਡੀ। ਗਾਂ ਉਹਦੇ 2 ਪੁੱਤ, ਵੱਡਾ ਹਰਦਿੱਤ ਸਿਉਂ ਤੇ ਛੋਟਾ ਸਰਦਾਰਾ ਸਿਉਂ ਮੇਰਾ ਦਾਦਾ ਡੰਡੀ। ਦੋਨਾਂ ਹਿੱਸੇ ਰਹਿ ਗਏ 8 ਵੀਘੇ ਡੰਡੀ। ਜਿਉਂ-ਜਿਉਂ ਜ਼ਮੀਨ ਸੁੰਗੜਦੀ ਰਹੀ, ਘਰ ਟੁੱਟਦੇ ਰਹੇ ਤੇ ਟੱਬਰ ਬਿਖਰਨ ਲੱਗੇ ਡੰਡੀ। ਰੋਟੀ ਰੋਜੀ ਕਮਾਉਣ ਕੋਈ ਫੌਜ ਵਿੱਚ ਭਰਤੀ ਹੋ ਗਿਆ, ਕੋਈ ਡਰਾਈਵਰ ਬਣ ਗਿਆ ਤੇ ਕਈਆਂ ਨੇ ਸਰਕਾਰੀ ਨੌਕਰੀ ਫੜ ਲਈ ਡੰਡੀ। ਕੋਈ ਕਲਕੱਤੇ ਚਲਾ ਗਿਆ, ਕੋਈ ਧੰਨਬਾਦ, ਕੋਈ ਜਮੋਈ, ਕੋਈ ਬੰਬਈ ਡੰਡੀ। ਮਿਲਣਾ ਗਿਲਣਾ ਔਖਾ ਹੋ ਗਿਆ ਡੰਡੀ। ਖੁਸ਼ੀਆਂ ਖਤਾਂ ਵਿੱਚ ਸਾਂਝੀਆਂ ਹੋਣੀਆਂ ਤੇ ਤਾਰਾਂ ਵਿੱਚ ਬੁਰੀਆਂ ਖਬਰਾਂ ਸਹਿਣੀਆਂ ਡੰਡੀ। ਇਹੋ ਜਿਹੇ ਹਾਲਾਤ ਵਿੱਚ ਭਲਾ ਸਾਡਾ ਘਰ ਵੀ ਕਿਵੇਂ ਬਚਦਾ ਡੰਡੀ। ਭਰਾਵਾਂ ਤੋਂ ਅੱਡ ਹੋ ਕੇ ਪ੍ਰੇਮ ਸਿਉਂ ਨੇ 12 ਵਿਸਵੇ ਦੇ ਛੋਟੇ ਜਿਹੇ ਖਿੱਤੇ ਵਿੱਚ ਛੋਟਾ ਜਿਹਾ ਘਰ ਬਣਾ ਲਿਆ, ਕੱਚੀਆਂ ਇੱਟਾਂ ਦਾ ਡੰਡੀ। ਅੰਦਰੋਂ ਬਾਹਰੋਂ ਲਿਪਣ ਪੋਚਣ ਵਾਲਾ ਡੰਡੀ। ਇਉਂ ਬੰਦਾ ਉਹ ਸਿਆਣਾ ਸੀ ਡੰਡੀ। ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹਦੇ ਜਾਣ ਪਿੱਛੋਂ ਵੰਡੀਆਂ ਫਿਰ ਪੈਣਗੀਆਂ ਡੰਡੀ। ਉਹਨੇ
ਘਰ ਇਹੋ ਜਿਹਾ ਬਣਾਇਆ ਜਿਹਦੇ ਵਿੱਚ ਉਹਦੇ ਦੋਹਾਂ ਪੁੱਤਾਂ ਦੇ ਟੱਬਰ ਸ਼ਾਂਤੀ ਨਾਲ ਰਹਿ ਸਕਣ। ਡੰਡੀ ਘਰ ਦੇ ਪਿਛਲੇ ਹਿੱਸੇ ਵਿੱਚ 4 ਵਿਸਵੇ ਥਾਂ ਵਿੱਚ ਵਾਹਵਾ ਖੁੱਲ੍ਹਾ ਦਲਾਨ ਸੀ। ਡੰਡੀ ਦਲਾਨ ਦੇ ਬਾਹਰ ਲੰਮਾ ਵਰਾਂਡਾ। ਡੰਡੀ ਉਹਦੇ ਦੋਹੀਂ ਪਾਸੇ ਇੱਕ ਇੱਕ ਖੁੱਲ੍ਹੀ ਬੈਠਕ। ਡੰਡੀ ਬੈਠਕਾਂ ਦੇ ਬਾਹਰ ਅੱਡੋ ਅੱਡ ਚੌਂਕੇ ਚੁੱਲ੍ਹੇ ਤੇ ਬਾਕੀ ਸਭ ਖੁੱਲ੍ਹਾ ਵਿਹੜਾ। ਡੰਡੀ ਬੀਹੀ ਆਲੇ ਪਾਸੇ ਵਿਚਾਲੇ ਇੱਕ ਗੱਡੇ ਨਾਲੋਂ ਚੌੜਾ ਖੁੱਲ੍ਹਾ ਦਰਵਾਜ਼ਾ ਤੇ ਦੋਵੇਂ ਪਾਸੇ ਮਾਲ ਡੰਗਰ ਦੀਆਂ ਖੁਰਲੀਆਂ ਤੇ ਉੱਪਰ ਠੰਡ ਮੀਂਹ ਕਣੀ ਤੋਂ ਬਚਾ ਲਈ ਛੱਤ। ਡੰਡੀ ਆਲੇ ਦੁਆਲੇ ਪ੍ਰੇਮ ਸਿਉਂ ਦੇ ਭਰਾਵਾਂ ਦੇ ਖਾਸੇ ਘਰ ਸਨ ਤੇ ਕਈ ਹੋਰ ਸ਼ਰੀਕੇ ਵਾਲਿਆਂ ਦੇ ਵੀ। ਡੰਡੀ ਕਹਿਣ ਨੂੰ ਤਾਂ ਘਰ ਅੱਡ ਅੱਡ ਸਨ ਪਰ ਦੁੱਖ ਸੁੱਖ ਸਾਂਝੇ ਸਨ। ਡੰਡੀ ਜਦੋਂ ਮੇਰਾ ਪਿਓ ਜੰਮਿਆ ਤਾਂ ਉਹ ਆਪਣੇ ਤਾਏ ਦੇ ਜਵਾਕਾਂ ਦੇ ਰੀਸੋ ਰੀਸੀ ਤਾਏ ਨੂੰ ਬਾਪੂ ਤੇ ਪਿਓ ਨੂੰ ਚਾਚਾ ਕਹਿਣ ਲੱਗ ਪਿਆ ਤੇ ਤਾਏ ਨੇ ਵੀ ਸਾਰੀ ਉਮਰ ਉਹਨੂੰ ਆਪਣੇ ਪੁੱਤਾਂ ਤੋਂ ਵੱਧ ਮੰਨਿਆ। ਡੰਡੀ ਉਹਦੇ ਆਪਣੇ 6 ਜਵਾਕ ਸੀ। ਡੰਡੀ 2 ਪੁੱਤ ਤੇ 4 ਧੀਆਂ। ਡੰਡੀ ਮੇਰਾ ਪਿਓ ਤੇ ਚਾਚਾ 2 ਭਾਈ ਸਨ। ਡੰਡੀ ਭੈਣ ਨਹੀਂ ਸੀ। ਡੰਡੀ ਬਾਬੇ ਗੁਰਦਿੱਤ ਸਿਉਂ ਦੀਆਂ ਧੀਆਂ ਹੀ ਸਾਡੇ ਲਈ ਸਕੀਆਂ ਤੋਂ ਵੱਧ ਸਨ। ਡੰਡੀ ਪ੍ਰੇਮ ਸਿਉਂ ਦੇ ਜਾਣ ਪਿੱਛੋਂ ਘਰ ਵਿੱਚ ਸਿਰਫ ਇੱਕ ਤਬਦੀਲੀ ਹੋਈ। ਉਹ ਸੀ ਵੱਡੇ ਦਲਾਨ ਵਿਚਾਲੇ ਕੱਚੀ ਕੰਧ। ਡੰਡੀ ਬਾਕੀ ਸਾਰਾ ਘਰ ਉਵੇਂ ਦਾ ਉਵੇਂ। ਡੰਡੀ ਸਾਂਝਾ ਖੁੱਲ੍ਹਾ ਵਰਾਂਡੇ ਦੇ ਐਨ ਵਿਚਾਲੇ ਪੱਠੇ ਕੁਤਰਨ ਵਾਲਾ ਸਾਂਝਾ ਟੋਕਾ। ਡੰਡੀ ਬਲਦ ਆਪੋ ਆਪਣੇ ਪਰ ਗੱਡਾ ਸਾਂਝਾ। ਡੰਡੀ ਘਰ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਦਲਾਨ ਵਿੱਚ ਹੁੰਦੀਆਂ ਸੀ। ਡੰਡੀ ਦਾਦੀ ਮਾਂ ਤੇ ਚਾਚੀ ਦੇ ਸੰਦੂਕ। ਡੰਡੀ ਕੱਪੜਿਆਂ ਵਾਲੀਆਂ ਪੇਟੀਆਂ ਤੇ ਹੋਰ ਗਹਿਣਾ ਲੱਤਾ। ਡੰਡੀ ਇੱਕ ਪਾਸੇ ਤੂੜੀ ਦਾ ਢੇਰ ਵੀ ਹੁੰਦਾ ਸੀ। ਡੰਡੀ ਠੰਡ ਵਿੱਚ ਮੱਝਾਂ ਵੀ ਅੰਦਰ ਹੀ ਬੰਨੀ ਦੀਆਂ ਸੀ। ਡੰਡੀ ਦਲਾਨ ਦਾ ਦੂਜਾ ਨਾਂ ਤੂੜੀ ਵਾਲਾ ਅੰਦਰ ਵੀ ਹੁੰਦਾ ਸੀ। ਡੰਡੀ ਇਸੇ ਤੂੜੀ ਵਾਲੇ ਅੰਦਰ ਮੈਂ ਜੰਮਿਆ। ਡੰਡੀ ਦਾਦੀ ਦੱਸਦੀ ਹੁੰਦੀ ਸੀ ਬਈ ਉਦਣ ਘਰ ਵਿੱਚ 2 ਜੀ ਜੰਮੇ ਸੀ। ਡੰਡੀ ਇੱਕ ਮੈਂ ਤੇ ਇੱਕ ਕੱਟੀ। ਡੰਡੀ ਦਾਦੀ ਨੇ ਉਹਦਾ ਨਾਂ ਬਾਲੀ ਦੀ ਭੈਣ ਰੱਖਿਆ ਹੋਇਆ ਸੀ। ਡੰਡੀ ਬਾਲੀ ਮੇਰਾ ਬਚਪਨ ਦਾ ਨਾਂ ਸੀ। ਡੰਡੀ ਪਹਿਲੇ ਸੂਏ ਜਦੋਂ ਮੇਰਾ ਦਾਦਾ ਉਹਨੂੰ ਡੰਗਰਾਂ ਦੀ ਮੰਡੀ ਵੇਚ ਕੇ ਆਇਆ ਤਾਂ ਦਾਦੀ ਮੈਨੂੰ ਗਲ ਨਾਲ ਲਾ ਕੇ ਭੁੱਬੀ ਰੋਈ ਸੀ। ਡੰਡੀ ਸਮਾਂ ਬੀਤਦਾ ਗਿਆ। ਡੰਡੀ ਮੇਰਾ ਦਾਦਾ ਤੇ ਉਹਦਾ ਵੱਡਾ ਭਰਾ ਪੂਰੇ ਹੋ ਗਏ। ਡੰਡੀ ਦਾਦੀ ਵੀ ਚੱਲ ਵਸੀ। ਡੰਡੀ ਮੇਰੇ ਪਿਓ ਨੇ ਪਿੰਡ ਛੱਡ ਚੰਡੀਗੜ੍ਹ ਘਰ ਬਣਾ ਲਿਆ। ਡੰਡੀ 12 ਵਿਸਵੇ ਦਾ ਘਰ ਵੀ 2 ਥਾਈਂ ਵੰਡਿਆ ਗਿਆ। ਡੰਡੀ 16 ਵਿਘਿਆਂ ਵਿਚਾਲੇ ਵੱਟ ਪੈ ਗਈ। ਡੰਡੀ 8 ਸਦਾਰਾ ਸਿਉਂ ਦੇ ਪੋਤਿਆਂ ਦੇ ਤੇ 8 ਗੁਰਦਿੱਤ ਸਿੰਘ ਦੇ ਟੱਬਰ ਦੇ ਮਤਲਬ ਇਹ ਬਈ 4 ਸਾਡੇ ਤੇ 4 ਚਾਚੇ ਦੇ। ਡੰਡੀ ਅੱਗੇ ਅਸੀਂ 3 ਭਾਈ, ਇੱਕ ਕਲਕੱਤੇ, ਇੱਕ ਚੰਡੀਗੜ੍ਹ ਤੇ ਮੈਂ ਮੁੰਬਈ। ਡੰਡੀ 2 ਕੁ ਸਾਲ ਪਹਿਲਾਂ ਪਿਓ ਪੂਰਾ ਹੋ ਗਿਆ। ਡੰਡੀ ਹੁਣ 6 ਵਿਸਵੇ ਵੀ ਵੰਡੇ ਜਾਣਗੇ, 4 ਵਿਗੇ ਵੀ। ਡੰਡੀ ਘਰ ਬਾਹਰ ਹੋਵੇ, 4 ਸਿਆੜ ਹੋਣ ਤਾਂ
ਬੰਦਾ ਪਿੰਡ ਨਾਲ ਜੁੜਿਆ ਰਹਿੰਦਾ ਡੰਡੀ। ਭਰਾਵਾਂ ਵਿੱਚ ਜ਼ਮੀਨ ਵੇਚਣ ਦੀ ਗੱਲ ਚੱਲ ਰਹੀ ਹੈ ਡੰਡੀ। ਦਾਦੇ ਤਾਂ ਝੋਟੀ ਵਿਕਣ 'ਤੇ ਮੇਰੇ ਗਲ ਲੱਗ ਰੋ ਲਈ ਸੀ। ਮੇਰੀ ਤਾਂ ਦਾਦੀ ਰਹੀ ਨਾ ਮਾਂ ਤੇ ਨਾ ਹੀ ਤੂੜੀ ਆਲਾ ਅੰਦਰ ਡੰਡੀ। ਕਿਹਦੀ ਹਿੱਕ ਲੱਗ ਰੋਵਾਂ ਡੰਡੀ। ਸਟਾਰਟ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਦੀ ਪਲੇਠੀ ਤਕਰੀਰ ਅਤੇ ਉਸੇ ਹੀ ਦਿਨ 17 ਕਾਰਜਕਾਰੀ ਆਰਡਰਾਂ ਰਾਹੀਂ ਉਹ ਫੈਸਲੇ ਜਿਹੜੇ ਉਹਨਾਂ ਤੋਂ ਪਹਿਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੌੜੀ ਸੋਚ ਵੱਸ ਕੀਤੇ ਸਨ ਪਲਟਨ ਕਰਕੇ ਦੁਨੀਆ 'ਚ ਨਵੇਂ ਪ੍ਰਭਾਵ ਵਾਲਾ ਸੁਨੇਹਾ ਗਿਆ ਡੰਡੀ। ਅਮਰੀਕਾ ਨੂੰ ਇਸ ਵੇਲੇ ਦੁਨੀਆ ਦਾ ਸ਼ਕਤੀਸ਼ਾਲੀ ਮੁਲਕ ਮੰਨਿਆ ਜਾਂਦਾ ਹੈ। ਉੱਥੇ ਵਾਪਰਨ ਵਾਲੇ ਹਰ ਚੰਗੇ ਮਾੜੇ ਘਟਨਾਕ੍ਰਮ ਦਾ ਸਮਾਜੀ ਆਰਥਿਕ ਸਿਆਸੀ ਅਸਰ ਹਰ ਮੁਲਕ ਤੱਕ ਜਾਂਦਾ ਹੈ ਡੰਡੀ। ਟੈਕਨੋਲੋਜੀ ਦੀ ਕਾਠੀ ਵਾਲੇ ਅੱਜ ਦੇ ਯੁੱਗ ਵਿੱਚ ਦੁਨੀਆ ਬਹੁਤ ਨੇੜੇ ਆ ਗਈ ਹੈ ਅਤੇ ਮਨੁੱਖੀ ਲੋੜਾਂ ਦੀ ਪੂਰਤੀ ਤੇ ਕੁਦਰਤ ਦੇ ਬਚਾਅ ਲਈ ਕੋਈ ਸਮਾਜ ਤੇ ਸਮੂਹ ਅਲੱਗ ਰਹਿ ਕੇ ਕੰਮ ਨਹੀਂ ਕਰ ਸਕਦਾ ਡੰਡੀ। ਅਮਰੀਕਾ ਭਾਵੇਂ ਪੂੰਜੀਵਾਦੀ ਮੁਲਕ ਹੈ ਅਤੇ ਆਪਣੇ ਹਿੱਤਾਂ ਦਾ ਖਿਆਲ ਰੱਖਦਾ ਹੈ, ਪਰ ਪੂੰਜੀਵਾਦ ਦਾ ਜੋ ਗੈਰ ਜ਼ਿੰਮੇਵਾਰਾਨਾ ਤੇ ਅਸੰਵੇਦਨਸ਼ੀਲ ਰੂਪ ਟਰੰਪ ਦੇ ਕਾਰਜਕਾਲ ਵਿੱਚ ਸਾਹਮਣੇ ਆਇਆ, ਉਹ ਅਮਰੀਕੀ ਲੋਕਤੰਤਰ ਦੇ ਇਤਿਹਾਸ ਵਿੱਚ ਸ਼ਾਇਦ ਕਦੇ ਨਹੀਂ ਆਇਆ ਡੰਡੀ। ਪੂੰਜੀਵਾਦ ਨਾਲ ਵਿਚਰਦਿਆਂ ਅਮਰੀਕਾ ਸਾਮਰਾਜ ਦੀਆਂ ਕੁਝ ਅਜਿਹੀਆਂ ਖਾਸੀਅਤਾਂ ਜਿਵੇਂ ਮਜ਼ਬੂਤ ਲੋਕਤੰਤਰੀ ਢਾਂਚਾ, ਉਦਾਰਵਾਦੀ ਰਵੱਈਆ, ਨੈਤਿਕ ਕਦਰਾਂ ਕੀਮਤਾਂ ਦੀ ਰਖਵਾਲੀ ਆਦਿ ਹਨ, ਜਿਸ ਕਰਕੇ ਇਹਨਾਂ ਦੀ ਚਰਚਾ ਗਾਹੇ ਬਗਾਹੇ ਚੱਲਦੀ ਰਹਿੰਦੀ ਹੈ ਡੰਡੀ। ਪਰ ਰਵਾਇਤੀ ਸਮਾਜਾਂ ਤੋਂ ਲੈ ਕੇ ਹੁਣ ਤੱਕ ਆਪਣੇ ਦੇਸ਼ ਸਮਾਜ ਦੀ ਤਰੱਕੀ ਜਾਂ ਖੜੌਤ 'ਚ ਉੱਥੋਂ ਦੀ ਲੀਡਰਸ਼ਿਪ ਦਾ ਰੋਲ ਅਹਿਮ ਹੁੰਦਾ ਹੈ ਡੰਡੀ। ਕਿਸੇ ਵੀ ਲੀਡਰ ਦੇ ਨਿੱਜੀ ਗੁਣ, ਵਿਚਾਰ, ਵਿਹਾਰ ਤੇ ਦਿੱਖ ਮਨੁੱਖੀ ਮਨਾਂ ਉੱਪਰ ਪ੍ਰਭਾਵ ਪਾਉਂਦੇ ਹਨ ਡੰਡੀ। ਟਰੰਪ ਵਪਾਰਕ ਬੁੱਧ, ਹੰਕਾਰੀ, ਕੱਟੜ ਸਿਆਸੀ, ਸੂਝ ਵਹੂਣੇ ਲੋਕਾਂ 'ਚੋਂ ਹੈ ਜੋ ਪੈਸੇ ਤੇ ਘਟੀਆ ਹੱਥ ਕੰਡੇ ਅਪਣਾ ਕੇ ਸਿਆਸੀ ਸ਼ਕਤੀ ਹਾਸਲ ਕਰ ਗਿਆ ਤੇ ਫਿਰ ਮਾਨਵੀ ਮੁੱਲਾਂ ਤੇ ਸੰਸਥਾਵਾਂ ਨੂੰ ਨਿਘਾਰ ਵੱਲ ਲੈ ਗਿਆ, ਜਿਸ ਦੀ ਚਰਮ ਸੀਮਾ 6 ਜਨਵਰੀ 2021 ਸੀ ਡੰਡੀ। ਟਰੰਪ ਦਾ ਨਵੇਂ ਰਾਸ਼ਟਰਪਤੀ ਦੇ ਹਲਫਦਾਰੀ ਸਮਾਗਮ ਵਿੱਚ ਸ਼ਾਮਲ ਨਾ ਹੋਣਾ ਵੀ ਉਸ ਦੀ ਨਕਾਰਾਤਮਕ ਸ਼ਖਸੀਅਤ ਦਾ ਰੂਪ ਹੀ ਹੈ ਡੰਡੀ। ਪਰ ਟਰੰਪ ਦੇ ਕਾਰਜਕਾਲ ਵਿੱਚ ਜੋ ਵਾਪਰਿਆ ਕਿਸੇ ਵੀ ਤੋਂ ਲੁਕਿਆ ਨਹੀਂ ਡੰਡੀ। ਵਾਸ਼ਿੰਗਟਨ ਪੋਸਟ ਮੁਤਾਬਕ ਆਪਣੇ ਸ਼ਾਸਨ ਕਾਲ ਵਿੱਚ ਕੋਵਿਡ-19 ਮਹਾਮਾਰੀ ਸਮੇਤ ਟਰੰਪ ਨੇ 500 ਤੋਂ ਵੱਧ ਵਾਰ ਅਜਿਹੇ ਤੱਥਾਂ ਦੇ ਦਾਅਵੇ ਕੀਤੇ ਜੋ ਝੂਠੇ ਸਨ ਡੰਡੀ। ਆਲਮੀ ਵਾਤਾਵਰਣ ਸਮਝੌਤਿਆਂ ਤੋਂ ਬਾਹਰ ਹੋਣਾ, ਸੰਸਾਰ ਸਿਹਤ ਸੰਸਥਾ ਦੀ ਲੀਡਰਸ਼ਿਪ ਛੱਡਣਾ, ਸਖਤ ਪ੍ਰਵਾਸੀ ਬੰਦਸ਼ਾਂ, ਮੈਕਸੀਕਨ ਸਰਹੱਦ ਨਾਲ ਕੰਧ ਦੀ ਉਸਾਰੀ, ਕਈ ਮੁਸਲਿਮ ਦੇਸ਼ਾਂ ਦੇ ਵਾਸੀਆਂ 'ਤੇ ਯਾਤਰਾ ਪਾਬੰਦੀ ਲਾਉਣਾ, ਪਬਲਿਕ ਸੰਸਥਾਵਾਂ ਨੂੰ ਆਪਣੇ ਹਿੱਤਾਂ ਵਾਸਤੇ ਵਰਤਣ ਦੀ ਕੋਸ਼ਿਸ਼, ਪ੍ਰੈਸ ਤੇ ਪੱਤਰਕਾਰਾਂ ਨੂੰ ਦਬਾਉਣ ਤੇ ਧਮਕਾਉਣਾ,
ਲੋਕਤੰਤਰੀ ਮੁੱਲਾਂ ਨੂੰ ਅੱਖੋਂ ਪਰੋਖੇ ਕਰਨਾ ਅਤੇ ਮਨਮੁਖ ਰਵੱਈਆ ਦੇਸ਼ ਵਿਚਲੇ ਨਸਲੀ ਵਿਤਕਰਿਆਂ ਨੂੰ ਨਜ਼ਰਅੰਦਾਜ਼ ਕਰਨਾ ਆਦਿ ਕੁਝ ਅਜਿਹੇ ਪ੍ਰਤੱਖ ਨਕਾਰਾਤਮਕ ਕੰਮ ਸਨ ਜਿਨ੍ਹਾਂ ਸਦਕਾ ਟਰੰਪ ਨੇ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਨੂੰ ਢਾਹ ਲਾਈ ਡੰਡੀ। ਮੰਨਿਆ ਗਿਆ ਹੈ ਕਿ ਅਮਰੀਕਾ ਦੀਆਂ ਲੋਕਤੰਤਰੀ ਸੰਸਥਾਵਾਂ ਖਾਸ ਕਰਕੇ ਸੁਪਰੀਮ ਕੋਰਟ, ਚੋਣ ਕਮਿਸ਼ਨ ਤੇ ਪ੍ਰੈਸ ਕਰਕੇ ਜੋ ਬਾਈਡਨ ਰਾਸ਼ਟਰਪਤੀ ਬਣਿਆ, ਨਹੀਂ ਤਾਂ ਟਰੰਪ ਨੇ ਤਾਂ ਵਾਈਟ ਹਾਊਸ 'ਤੇ ਮਥੱਲਾ ਮਾਰ ਲਿਆ ਸੀ ਡੰਡੀ। ਸਟਾਰਟ। ਬਾਈਡਨ ਨੇ ਪਹਿਲੇ ਹੀ ਸੰਬੋਧਨ ਵਿੱਚ ਅਜਿਹੇ ਵਿਚਾਰ ਪੇਸ਼ ਕੀਤੇ ਜਿਸ ਸਦਕਾ ਸੰਸਾਰ ਵਿੱਚ ਸਕਾਰਾਤਮਕ ਮਨੋਵਿਗਿਆਨਕ ਸੰਦੇਸ਼ ਗਿਆ ਹੈ ਡੰਡੀ। ਪੇਸ਼ ਕੀਤੀਆਂ ਖੁੱਲ੍ਹਾਂ ਨਾਲ ਜਿੱਥੇ ਲੱਖਾਂ ਲੋਕਾਂ ਨੂੰ ਪ੍ਰਵਾਸ ਦੇ ਨਾਲ ਰੁਜ਼ਗਾਰ ਦੀ ਆਸ ਬੱਝੀ, ਉੱਥੇ ਸੰਸਾਰ ਦੇ ਲੱਖਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਬੂਰ ਪੈਣ ਦੀ ਸੰਭਾਵਨਾ ਬਣੀ ਹੈ ਕਿਉਂਕਿ ਅਮਰੀਕਾ ਇੰਜੀਨੀਅਰਿੰਗ ਅਤੇ ਮੈਡੀਕਲ ਵਿਸ਼ਿਆਂ ਤੋਂ ਬਿਨਾਂ ਹੋਰ ਪੇਸ਼ਾਵਰਾਨਾ ਪੜ੍ਹਾਈ ਪ੍ਰਾਪਤ ਲੋਕਾਂ ਵਾਸਤੇ ਰੁਜ਼ਗਾਰ ਅਤੇ ਉਚੇਰੀ ਪੜ੍ਹਾਈ ਦਾ ਵੱਡਾ ਕੇਂਦਰ ਹੈ ਡੰਡੀ। ਭਾਰਤੀ ਮੂਲ ਨਾਲ ਸੰਬੰਧਿਤ ਕਮਲਾ ਹੈਰਿਸ ਦਾ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਣਾ ਦਰਸਾਉਂਦਾ ਹੈ ਕਿ ਅਮਰੀਕੀ ਲੋਕਤੰਤਰ ਵਿੱਚ ਲਿਆਕਤ ਨਾਲ ਕੋਈ ਵੀ ਅਮਰੀਕਾ ਵਾਸੀ ਉੱਚ ਪਦਵੀ ਤੱਕ ਪਹੁੰਚ ਸਕਦਾ ਹੈ ਡੰਡੀ। ਸਿਆਹ ਫਾਰਮ ਲਾਇਡ ਆਸਟਿਨ ਦੀ ਰੱਖਿਆ ਮੰਤਰੀ ਵਜੋਂ ਨਿਯੁਕਤੀ ਨੂੰ ਨਸਲੀ ਭੇਦਭਾਵ ਦੇ ਖਾਤਮੇ ਵੱਲ ਪਹਿਲਾ ਕਦਮ ਮੰਨਿਆ ਜਾ ਸਕਦਾ ਹੈ ਡੰਡੀ। ਇਸ ਤੋਂ ਛੁੱਟ 21 ਭਾਰਤੀਆਂ ਸਮੇਤ ਕਈ ਦੇਸ਼ਾਂ ਦੇ ਮਾਹਿਰਾਂ ਨੂੰ ਵੱਖ-ਵੱਖ ਪ੍ਰਸ਼ਾਸਨਿਕ ਪਦਵੀਆਂ ਦੇਣਾ ਵੱਡਾ ਇਸ਼ਾਰਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਨੂੰ ਟਰੰਪ ਕਾਲ ਦੌਰਾਨ ਫੈਲੀ ਸੌੜੀ ਅਤੇ ਨਸਲਵਾਦੀ ਵਿਚਾਰਧਾਰਾ ਤੋਂ ਬਾਹਰ ਕੱਢਿਆ ਜਾਵੇਗਾ ਡੰਡੀ। ਰਾਸ਼ਟਰਪਤੀ ਬਾਈਡਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ, ਅਮਰੀਕਾ ਵਾਪਸ ਆ ਗਿਆ ਹੈ, ਅਸੀਂ ਅਸਭਿਅਕ ਜੰਗ ਖਤਮ ਕਰਾਂਗੇ। ਮੈਕਸੀਕੋ ਨਾਲ ਬਣਨ ਵਾਲੀ ਦੀਵਾਰ 1 ਫੁੱਟ ਵੀ ਹੋਰ ਨਹੀਂ ਬਣੇਗੀ ਡੰਡੀ। ਉਹਨਾਂ ਹੋਰ ਮਾਨਵੀ ਪੱਖਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਜਿਹੜੇ ਦੁਸ਼ਮਣਾਂ ਨਾਲ ਹੁਣ ਸਾਡਾ ਟਾਕਰਾ ਹੈ ਉਹ ਹਨ ਗੁੱਸਾ, ਨਾਰਾਜ਼ਗੀ, ਨਫ਼ਰਤ, ਅੱਤਵਾਦ, ਲਾਕਾਨੂੰਨੀ ਹਿੰਸਾ, ਬਿਮਾਰੀ, ਬੇਰੁਜ਼ਗਾਰੀ ਅਤੇ ਮਾਯੂਸੀ ਡੰਡੀ। ਇਹਨਾਂ ਅਲਾਮਤਾਂ ਨਾਲ ਗ੍ਰਸਿਆ ਕੋਈ ਵੀ ਮੁਲਕ ਤਰੱਕੀ ਨਹੀਂ ਕਰ ਸਕਦਾ ਡੰਡੀ। ਟਰੰਪ ਦੁਆਰਾ ਕਈ ਮੁਸਲਿਮ ਦੇਸ਼ਾਂ ਉੱਤੇ ਲਗਾਈ ਪਾਬੰਦੀ ਹਟਾਉਣਾ ਬਾਈਡਨ ਦਾ ਸੰਸਾਰ ਵਿੱਚ ਵੱਧ ਰਹੀ ਨਫ਼ਰਤ ਨੂੰ ਘਟਾਉਣ ਵੱਲ ਸ਼ਲਾਘਾ ਵਾਲਾ ਕਦਮ ਹੈ ਡੰਡੀ। ਉਹਨਾਂ ਤਾਂ ਚੀਨ ਨੂੰ ਵੀ ਆਪਣਾ ਮੁਕਾਬਲਾਕਾਰ ਦੱਸਿਆ ਹੈ, ਦੁਸ਼ਮਣ ਨਹੀਂ ਡੰਡੀ। ਬਾਈਡਨ ਨੇ ਦੇਸ਼ ਦੀ ਕਮਾਂਡ ਉਸ ਵੇਲੇ ਸੰਭਾਲੀ ਹੈ ਜਦੋਂ ਅਮਰੀਕਾ ਸਮੇਤ ਦੁਨੀਆ ਦੇ ਬਹੁਤ ਸਾਰੇ ਮੁਲਕ ਕਰੋਨਾ ਮਹਾਮਾਰੀ ਦੀ ਲਪੇਟ ਵਿੱਚ ਹਨ ਅਤੇ ਕਾਰਪੋਰੇਟ ਵਿਕਾਸ ਮਾਡਲ ਕਰਕੇ ਵਾਤਾਵਰਣ ਪੱਖੋਂ ਦੁਨੀਆ ਫਿਕਰਮੰਦ ਹੈ ਡੰਡੀ। ਟਰੰਪ ਤੋਂ ਉਲਟ ਬਾਈਡਨ ਇਹਨਾਂ ਬਾਰੇ ਗੰਭੀਰ ਹੈ ਡੰਡੀ। ਕਰੋਨਾ ਟੀਕਿਆਂ ਬਾਰੇ ਹੋ ਰਹੇ ਇੰਤਜ਼ਾਮ ਅਤੇ ਮਾਸਕ ਪਾਉਣ ਨੂੰ ਲਾਜ਼ਮੀ ਕਰਾਰ ਦੇਣਾ ਸਾਰਥਕ ਕਦਮ ਹੈ ਡੰਡੀ। ਅਮਰੀਕਾ ਦੀ ਪੈਰਿਸ ਜਲਵਾਯੂ ਸਮਝੌਤੇ ਵਿੱਚ ਵਾਪਸੀ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਤੈਅ
ਫਰਾਂਸੀਸੀ ਰਾਸ਼ਟਰਪਤੀ ਐਮਨੂਅਲ ਮੈਕਰੋਨ ਸਮੇਤ ਦੁਨੀਆ ਦੇ ਵਧੇਰੇ ਲੋਕਾਂ ਨੇ ਵਧੀਆ ਕਦਮ ਦੱਸਿਆ ਹੈ। ਡੰਡੀ ਵੱਧ ਰਹੀ ਆਲਮੀ ਤਪਸ਼ ਅਤੇ ਜ਼ਹਿਰੀਲੀਆਂ ਗੈਸਾਂ ਦੇ ਉਤਪਾਦਨ ਵਿੱਚ ਕਮੀ ਵਾਤਾਵਰਣ ਨੂੰ ਬਚਾਉਣ ਵਿੱਚ ਸਹਾਈ ਹੋਵੇਗੀ। ਡੰਡੀ ਅਮਰੀਕਾ ਦੀ ਸੰਸਾਰ ਸਿਹਤ ਸੰਸਥਾ ਵਿੱਚ ਵਾਪਸੀ ਨਾਲ ਦੁਨੀਆ ਦੀਆਂ ਸਿਹਤ ਸੰਬੰਧੀ ਸਮੂਹਿਕ ਕੋਸ਼ਿਸ਼ਾਂ ਨੂੰ ਹੁਲਾਰਾ ਮਿਲੇਗਾ। ਡੰਡੀ ਤਰੱਕੀ ਕਰ ਰਹੇ ਅਤੇ ਹੋਰ ਮੁਲਕਾਂ ਨੂੰ ਇਸ ਸੰਸਥਾ ਤੋਂ ਮਿਲਣ ਵਾਲੀ ਇਮਦਾਦ ਨਾਲ ਉਮੀਦ ਵੱਝੇਗੀ। ਡੰਡੀ ਭਰਾ ਨਵੀਂ ਅਮਰੀਕੀ ਸਰਕਾਰ ਦੇ ਭਾਰਤ ਨਾਲ ਸਿਆਸੀ ਸਬੰਧਾਂ 'ਤੇ ਹਾਂ ਪੱਖੀ ਅਸਰ ਪੈਣ ਦੀ ਸੰਭਾਵਨਾ ਹੈ। ਡੰਡੀ ਆਰਥਿਕ ਪੱਖੋਂ ਵੀ ਜਿੱਥੇ ਭਾਰਤੀਆਂ ਨੂੰ ਵਧੇਰੇ ਰੁਜ਼ਗਾਰ ਦੀ ਆਸ ਬੱਝੀ ਹੈ, ਉੱਥੇ ਵਪਾਰ ਵਿੱਚ ਵਾਧੇ ਦੀ ਵੀ ਉਮੀਦ ਹੈ। ਡੰਡੀ ਸਮਾਜੀ ਪੱਖ ਤੋਂ ਅਮਰੀਕਾ ਭਾਰਤ ਕੋਲੋਂ ਨੈਤਿਕ, ਮਨੁੱਖੀ ਤੇ ਨਾਗਰਿਕ ਮੁੱਲਾਂ ਦੀ ਪਾਲਣਾ ਦੀ ਤਵੱਕੋ ਕਰੇਗਾ। ਡੰਡੀ ਪਿਛਲੇ ਕੁਝ ਸਾਲਾਂ ਵਿੱਚ ਸਾਡੇ ਦੇਸ਼ ਅੰਦਰ ਮਾਨਵੀ ਮੁੱਲਾਂ ਦੇ ਘਾਣ ਅਤੇ ਧਾਰਮਿਕ ਕੱਟੜਤਾ ਦੀ ਚਰਚਾ ਰਹੀ ਹੈ। ਡੰਡੀ ਬਾਈਡਨ ਵੱਲੋਂ RSS ਅਤੇ ਭਾਜਪਾ ਨਾਲ ਸੰਬੰਧਿਤ 2 ਪ੍ਰਸ਼ਾਸਨਿਕ ਅਧਿਕਾਰੀਆਂ ਸੋਨਲ ਸ਼ਾਹ ਅਤੇ ਅਮਿਤ ਜਾਨੀ ਨੂੰ ਬਾਹਰ ਕਰ ਦੇਣਾ ਇਸ ਤੱਥ ਦਾ ਗਵਾਹ ਲੱਗਦੀ ਹੈ। ਡੰਡੀ ਭਾਰਤ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ, ਕਿਉਂਕਿ ਅਮਰੀਕੀ ਤਰਜਮਾਨ ਨੇ ਸ਼ਾਂਤੀਪੂਰਵਕ ਅੰਦੋਲਨ ਅਤੇ ਪ੍ਰਦਰਸ਼ਨ ਨੂੰ ਲੋਕਤੰਤਰੀ ਨਿਜ਼ਾਮ ਦੀ ਪ੍ਰਫੁੱਲਤਾ ਦਾ ਕਾਰਕ ਦੱਸਿਆ ਹੈ। ਡੰਡੀ ਡੋਨਾਲਡ ਟਰੰਪ ਭਾਵੇਂ ਗੱਦੀ ਤੋਂ ਉਤਰ ਚੁੱਕਾ ਹੈ, ਪਰ ਉਸ ਦੇ ਕੀਤੇ ਕਾਰਜਾਂ ਦਾ ਖਮਿਆਜ਼ਾ ਭੁਗਤਦਿਆਂ ਅਮਰੀਕਾ ਹੁਣ ਨਵੇਂ ਯੁੱਗ ਵਿੱਚ ਦਾਖਲ ਹੋ ਰਿਹਾ ਹੈ। ਡੰਡੀ ਉਮੀਦ ਕੀਤੀ ਜਾ ਸਕਦੀ ਹੈ ਕਿ ਜੋ ਬਾਈਡਨ ਦੇ ਰਾਸ਼ਟਰਪਤੀ ਬਣਨ ਨਾਲ ਦੁਨੀਆ ਵਿੱਚ ਲੋਕ ਅਤੇ ਕੁਦਰਤ ਪੱਖੀ ਫੈਸਲੇ ਹੋਣਗੇ। ਡੰਡੀ ਦੁਨੀਆ ਦੇ ਇਤਿਹਾਸ ਵਿੱਚ ਪਹਿਲਾਂ ਵੀ ਕਾਲੇ ਯੁੱਗ ਆਏ ਤੇ ਚਲੇ ਗਏ, ਪਰ ਲੋਕ ਸਦਾ ਉਹਨਾਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਨੇ ਮਨੁੱਖਤਾ ਦੇ ਹੱਕ ਵਿੱਚ ਨਾਅਰਾ ਮਾਰਿਆ ਹੈ। ਡੰਡੀ